ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਸੱਚਾ ਦੋਸਤ ਉਹੀ ਹੁੰਦਾ ਹੈ ਜੋ ਮੁਸੀਬਤ ਵੇਲੇ ਕੰਮ ਆਉਂਦਾ ਹੈ, ਨਹੀਂ ਤਾਂ ਦੁਨੀਆ ਵਿੱਚ ਸਵਾਰਥੀ ਮਿੱਤਰਾਂ ਦੀ ਕਮੀ ਨਹੀਂ। ਇਸੇ ਲਈ ਤਾਂ ਸਿਆਣੇ ਕਹਿੰਦੇ ਨੇ ਕਿ ਕਿਸੇ ਨਾਲ ਵੀ ਦੋਸਤੀ ਕਰਨ ਤੋਂ ਪਹਿਲਾਂ ਉਸ ਬਾਰੇ ਪੂਰੀ ਤਰ੍ਹਾਂ ਜਾਂਚ ਪਰਖ ਕਰ ਲਵੋ। ਦੇਖੋ ਕਿ ਉਹ ਤੁਹਾਡੀ ਦੋਸਤੀ ਦੇ ਕਾਬਿਲ ਹੈ ਵੀ ਜਾਂ ਨਹੀਂ। ਕਈ ਵਾਰ ਅਸੀਂ ਕਿਸੇ ਦੀ ਸੁੰਦਰਤਾ, ਅਮੀਰੀ, ਉੱਚੇ ਲੰਮੇ ਕੱਦ ਨੂੰ ਦੇਖ ਕੇ ਸਮਝ ਲੈਂਦੇ ਹਾਂ ਕਿ ਸ਼ਾਇਦ ਉਹ ਇੱਕ ਵਧੀਆ ਦੋਸਤ ਵੀ ਬਣ ਸਕਦਾ ਹੈ, ਪਰ ਅਸੀਂ ਉਸ ਦੇ ਗੁਣ ਔਗੁਣਾਂ ਵੱਲ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪਤਾ ਤਾਂ ਫਿਰ ਉਦੋਂ ਲੱਗਦਾ ਹੈ ਜਦੋਂ ਉਹ ਸਾਨੂੰ ਧੋਖਾ ਦੇ ਕੇ ਔ ਜਾਂਦਾ ਹੈ। ਇਹੋ ਜਿਹੀ ਹੀ ਨਿਹਾਲੇ ਤੇ ਦਿਆਲੇ ਦੀ ਕਹਾਣੀ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ। ਜੇ ਨਹੀਂ ਸੁਣੀ ਤਾਂ ਫਿਰ ਜ਼ਰੂਰ ਸੁਣੋ। ਨਿਹਾਲਾ ਤੇ ਦਿਆਲਾ ਦੋਵੇਂ ਹੀ ਪੱਕੇ ਦੋਸਤ ਸਨ। ਦੋਵਾਂ ਨੇ ਇੱਕ ਦੂਜੇ ਤੋਂ ਮੁਸੀਬਤ ਆਉਣ ਤੇ ਜਾਨ ਵਾਰਨ ਦੀਆਂ ਕਸਮਾਂ ਵੀ ਖਾ ਛੱਡੀਆਂ ਸਨ। ਭਾਵੇਂ ਦੋਨੇ ਵਿਹਲੇ ਹੀ ਰਹਿੰਦੇ ਸਨ, ਪਰ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਚੰਗੇ ਦੋਸਤ ਸਨ। ਇੱਕ ਦਿਨ ਦੋਹਾਂ ਨੇ ਸ਼ਹਿਰ ਜਾ ਕੇ ਕੰਮ ਕਰਨ ਬਾਰੇ ਸੋਚਿਆ। ਦੋਵੇਂ ਸ਼ਹਿਰ ਵੱਲ ਨੂੰ ਤੁਰ ਪਏ। ਚਲਦੇ ਚਲਦੇ ਉਹਨਾਂ ਨੂੰ ਰਸਤੇ ਵਿੱਚ ਹੀ ਰਾਤ ਪੈ ਗਈ। ਸ਼ਹਿਰ ਉੱਥੋਂ ਕਾਫੀ ਦੂਰ ਸੀ, ਇਸ ਲਈ ਉਹਨਾਂ ਨੇ ਇੱਕ ਦਰਖਤ ਦੇ ਥੱਲੇ ਕੱਪੜਾ ਵਿਛਾਇਆ ਤੇ ਲੇਟ ਗਏ। ਉਹ ਇਲਾਕਾ ਜੰਗਲੀ ਇਲਾਕਾ ਸੀ। ਉਸ ਇਲਾਕੇ ਵਿੱਚ ਜੰਗਲੀ ਜੀਵ ਕਾਫੀ ਆਉਂਦੇ ਜਾਂਦੇ ਰਹਿੰਦੇ ਸਨ। ਦੋਵੇਂ ਜਾਣੇ ਆਪਣੀ ਸੁਰੱਖਿਆ ਲਈ ਵਾਰੀ-ਵਾਰੀ ਜਾਗ ਕੇ ਪਹਿਰਾ ਦੇਣ ਲੱਗੇ। ਉਸ ਵੇਲੇ ਨਿਹਾਲਾ ਪਹਿਰਾ ਦੇ ਰਿਹਾ ਸੀ। ਉਸਨੇ ਇੱਕ ਰਿੱਛ ਨੂੰ ਆਪਣੇ ਵੱਲ ਆਉਂਦੇ ਦੇਖਿਆ। ਰਿੱਛ ਨੂੰ ਵੇਖ ਕੇ ਉਹ ਬਹੁਤ ਜ਼ਿਆਦਾ ਡਰ ਗਿਆ। ਉਸ ਨੂੰ ਦਰਖਤ ਤੇ ਚੜ੍ਹਨਾ ਵੀ ਆਉਂਦਾ ਸੀ, ਇਸ ਲਈ ਉਹ ਦਿਆਲੇ ਦੀ ਪਰਵਾਹ ਕੀਤੇ ਬਿਨਾਂ ਹੀ ਦਰਖਤ ਤੇ ਚੜ੍ਹ ਗਿਆ। ਉਸਨੇ ਦਿਆਲੇ ਨੂੰ ਰਿੱਛ ਬਾਰੇ ਦੱਸਿਆ ਤੱਕ ਨਾ। ਅਚਾਨਕ ਹੀ ਜਦੋਂ ਦਿਆਲੇ ਦੀ ਜਾਗ ਖੁੱਲ੍ਹੀ ਤਾਂ ਉਸਨੇ ਰਿੱਛ ਨੂੰ ਆਪਣੇ ਵੱਲ ਆਉਂਦੇ ਦੇਖਿਆ। ਉਹ ਨਿਹਾਲੇ ਨੂੰ ਖਰੀਆਂ ਖੋਟੀਆਂ ਤਾਂ ਬੜੀਆਂ ਸੁਣਾਉਣੀਆਂ ਚਾਹੁੰਦਾ ਸੀ, ਪਰ ਉਸ ਕੋਲ ਸਮਾਂ ਨਹੀਂ ਸੀ। ਅਚਾਨਕ ਉਸ ਨੂੰ ਇੱਕ ਵਿਉਂਤ ਸੁੱਝੀ। ਉਸ ਨੂੰ ਸਾਹ ਉੱਪਰ ਚੜ੍ਹਾ ਕੇ ਨਿਰਜਿੰਦ ਹੋ ਕੇ ਲੇਟਣਾ ਆਉਂਦਾ ਸੀ, ਜਿਸ ਨੂੰ ਦੇਖ ਕੇ ਕੋਈ ਇਹ ਸਮਝੇ ਕਿ ਉਹ ਮੁਰਦਾ ਪਿਆ ਹੈ। ਬਿਨਾਂ ਕਿਸੇ ਦੇਰੀ ਦੇ ਉਹ ਸਾਹ ਉੱਪਰ ਨੂੰ ਚੜ੍ਹਾ ਕੇ ਲੇਟ ਗਿਆ। ਰਿੱਛ ਨੇ ਆ ਕੇ ਉਸ ਨੂੰ ਸੁੰਘਿਆ ਤੇ ਉਸਨੇ ਸਮਝਿਆ ਕਿ ਦਿਆਲਾ ਮੁਰਦਾ ਹੈ। ਇਹ ਸੋਚ ਕੇ ਉਹ ਅੱਗੇ ਚਲਾ ਗਿਆ। ਜਦੋਂ ਰਿੱਛ ਕਾਫੀ ਦੂਰ ਚਲਾ ਗਿਆ ਤਾਂ ਨਿਹਾਲਾ ਥੱਲੇ ਉਤਰਿਆ। ਉਤਰਦੇ ਹੀ ਉਹ ਕਹਿਣ ਲੱਗਾ, ਦੋਸਤ, ਮੈਨੂੰ ਤਾਂ ਤੇਰੀ ਬੜੀ ਹੀ ਫਿਕਰ ਹੋ ਰਹੀ ਸੀ। ਜੇ ਤੈਨੂੰ ਕੁਝ ਹੋ ਜਾਂਦਾ ਤਾਂ ਮੈਂ ਤੇਰੇ ਜਿਹਾ ਦੋਸਤ ਕਿੱਥੋਂ ਲਿਆਉਂਦਾ। ਨਿਹਾਲੇ ਕੋਲੋਂ ਬੇਵਫਾਈ ਦੀਆਂ ਗੱਲਾਂ ਸੁਣ ਕੇ ਦਿਆਲਾ ਬੋਲਿਆ, ਨਿਹਾਲਿਆ, ਦੋਸਤ ਉਹ ਹੁੰਦਾ ਹੈ ਜੋ ਮੁਸੀਬਤ ਵੇਲੇ ਸਾਥ ਦੇਵੇ। ਤੂੰ ਤਾਂ ਦੋਸਤੀ ਦੇ ਨਾਂ ਨੂੰ ਵੀ ਬਦਨਾਮ ਕਰ ਦਿੱਤਾ ਹੈ। ਤੂੰ ਮੈਨੂੰ ਕਿਹੜੇ ਮੂੰਹ ਨਾਲ ਦੋਸਤ ਕਹਿ ਰਿਹਾ ਹੈ? ਤੂੰ ਦੋਸਤੀ ਦੇ ਮਾਇਨੇ ਵੀ ਜਾਣਦਾ ਹੈ? ਅੱਜ ਤੋਂ ਬਾਅਦ ਮੈਨੂੰ ਦੋਸਤ ਨਾ ਆਖੀਂ, ਨਹੀਂ ਤਾਂ ਲੋਕ ਦੋਸਤੀ ਨੂੰ ਸਵਾਰਥ ਦਾ ਨਾਂ ਦੇਣਾ ਸ਼ੁਰੂ ਕਰ ਦੇਣਗੇ। ਫਿਰ ਦਿਆਲੇ ਕੋਲੋਂ ਲਾਹਣਤਾਂ ਭਰੇ ਸ਼ਬਦ ਸੁਣ ਕੇ ਨਿਹਾਲੇ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਉਸ ਨਾਲ ਅੱਖ ਵੀ ਮਿਲਾ ਸਕੇ। ਉਸ ਨੂੰ ਆਪਣੀ ਕੀਤੀ ਤੇ ਬਹੁਤ ਪਛਤਾਵਾ ਹੋਇਆ। ਸੋ ਦੋਸਤੀ ਇੱਕ ਬਹੁਤ ਹੀ ਪਿਆਰਾ ਤੇ ਪਵਿੱਤਰ ਸ਼ਬਦ ਹੈ। ਦੋਸਤੀ ਖਾਤਰ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਆਪਣੀ ਸਕੂਲੀ ਜ਼ਿੰਦਗੀ ਵਿੱਚ ਅਸੀਂ ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦੇ, ਪਰ ਫਿਰ ਵੀ ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ 100 ਵਾਰ ਸੋਚੋ। ਸਕੂਲ ਵਿੱਚ ਤੁਸੀਂ ਕੁਝ ਅਜਿਹੇ ਦੋਸਤ ਬਣਾ ਸਕਦੇ ਹੋ ਜੋ ਹਮੇਸ਼ਾ ਸੱਚ ਬੋਲਦੇ ਹੋਣ, ਪੜ੍ਹਾਈ ਵਿੱਚ ਹੁਸ਼ਿਆਰ ਹੋਣ, ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਣ, ਆਪਣੇ ਅਧਿਆਪਕਾਂ ਦਾ ਪੂਰਾ ਮਾਣ ਸਨਮਾਨ ਕਰਦੇ ਹੋਣ, ਉਹਨਾਂ ਦੇ ਤੁਹਾਡੇ ਬਾਕੀ ਸਾਥੀਆਂ ਨਾਲ ਵੀ ਚੰਗੇ ਸੰਬੰਧ ਹੋਣ, ਉਹ ਸਕੂਲ ਨੂੰ ਸਾਫ਼ ਸੁਥਰਾ ਰੱਖਦੇ ਹੋਣ, ਸਕੂਲ ਦੀ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਦੇ ਹੋਣ, ਉਹ ਚੰਗੀਆਂ ਆਦਤਾਂ ਦੇ ਮਾਲਕ ਹੋਣ ਤੇ ਉਹਨਾਂ ਦੇ ਚਿਹਰੇ 'ਤੇ ਹਮੇਸ਼ਾ ਹੀ ਹਾਸਾ ਝਲਕਦਾ ਹੋਵੇ, ਸਭ ਨਾਲ ਪਿਆਰ ਕਰਦੇ ਹੋਣ ਤੇ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰਦੇ ਹੋਣ। ਦੋਸਤੀ ਦੀ ਪ੍ਰਵਿਰਤੀ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਹੁੰਦੀ, ਸਗੋਂ ਜਾਨਵਰਾਂ ਤੇ ਪੰਛੀਆਂ ਵਿੱਚ ਵੀ ਹੁੰਦੀ ਹੈ। ਤੁਸੀਂ ਹਮੇਸ਼ਾ ਵੇਖਿਆ ਹੋਵੇਗਾ ਕਿ ਕੀੜੀਆਂ ਜਦੋਂ ਵੀ ਚੱਲਦੀਆਂ ਹਨ ਇਕੱਠੀਆਂ ਹੋ ਕੇ ਚੱਲਦੀਆਂ ਹਨ।
ਕਦੇ ਵੀ ਕੋਈ ਪੰਛੀ ਜਾਂ ਜਾਨਵਰ ਕਿਸੇ ਦੂਸਰੇ ਜਾਨਵਰ ਨੂੰ ਪਰੇਸ਼ਾਨੀ ਵਿੱਚ ਦੇਖ ਕੇ ਝੱਟ ਉਸ ਦੀ ਮਦਦ ਕਰਨ ਲਈ ਦੌੜਦਾ ਹੈ। ਜਿਵੇਂ ਘੁੱਗੀ ਨੇ ਪਾਣੀ ਵਿੱਚ ਰੁੜੀ ਜਾਂਦੀ ਮੱਖੀ ਦੇ ਅੱਗੇ ਇੱਕ ਪੱਤਾ ਸੁੱਟ ਕੇ ਉਸ ਦੀ ਜਾਨ ਬਚਾਈ ਸੀ, ਤੇ ਫਿਰ ਉਸੇ ਮੱਖੀ ਨੇ ਉਸ ਘੁੱਗੀ ਦੀ ਜਾਨ ਉਸ ਵੇਲੇ ਬਚਾਈ ਸੀ ਜਦੋਂ ਇੱਕ ਸ਼ਿਕਾਰੀ ਘੁੱਗੀ ਦਾ ਸ਼ਿਕਾਰ ਕਰਨ ਲਈ ਤੀਰ ਦਾ ਨਿਸ਼ਾਨਾ ਲਗਾ ਰਿਹਾ ਸੀ। ਮੱਖੀ ਨੇ ਸ਼ਿਕਾਰੀ ਦੇ ਹੱਥ ਤੇ ਡੰਗ ਮਾਰਿਆ, ਜਿਸ ਨਾਲ ਸ਼ਿਕਾਰੀ ਦਾ ਨਿਸ਼ਾਨਾ ਉੱਕ ਗਿਆ ਸੀ। ਇਸ ਤਰ੍ਹਾਂ ਦੋਹਾਂ ਨੇ ਇੱਕ ਦੂਜੇ ਦੀ ਸਹਾਇਤਾ ਕੀਤੀ ਤੇ ਇੱਕ ਚੰਗੀ ਦੋਸਤੀ ਦੀ ਮਿਸਾਲ ਦਿੱਤੀ। ਇਸੇ ਤਰ੍ਹਾਂ ਦੀ ਇੱਕ ਹੋਰ ਕਹਾਵਤ ਹੈ ਕਿ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਅਸਲ ਵਿੱਚ ਭਲਾ ਵੀ ਉਹੀ ਕਰ ਸਕਦਾ ਹੈ ਜਿਸ ਵਿੱਚ ਚੰਗੇ ਗੁਣ ਮੌਜੂਦ ਹੋਣ, ਕਿਉਂਕਿ ਬੁਰੇ ਨੇ ਤਾਂ ਹਮੇਸ਼ਾ ਬੁਰਾ ਹੀ ਸੋਚਣਾ ਹੁੰਦਾ ਹੈ। ਬੁਰੇ ਆਦਮੀ ਨੂੰ ਇਸ ਦੁਨੀਆ ਵਿੱਚ ਸਾਰੇ ਹੀ ਬੁਰੇ ਨਜ਼ਰ ਆਉਂਦੇ ਹਨ, ਜਦ ਕਿ ਭਲੇ ਤੇ ਚੰਗੇ ਇਨਸਾਨ ਨੂੰ ਸਾਰੀ ਦੁਨੀਆ ਚੰਗੀ ਲੱਗਦੀ ਹੈ। ਮਹਾਭਾਰਤ ਦੇ ਪਾਤਰ ਯੁਧਿਸ਼ਟਰ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ। ਯੁਧਿਸ਼ਟਰ ਨੇ ਕਦੀ ਵੀ ਝੂਠ ਨਹੀਂ ਸੀ ਬੋਲਿਆ, ਉਹ ਹਮੇਸ਼ਾ ਹੀ ਸੱਚ ਦੇ ਰਾਹ ਤੇ ਚੱਲਦਾ ਸੀ। ਇਸੇ ਕਰਕੇ ਉਸ ਨੂੰ ਧਰਮ ਪੁੱਤਰ ਯੁਧਿਸ਼ਟਰ ਵੀ ਕਿਹਾ ਜਾਂਦਾ ਸੀ। ਦੂਜੇ ਪਾਸੇ ਦੁਰਯੋਧਨ ਨੇ ਕਦੀ ਵੀ ਸੱਚ ਬੋਲ ਕੇ ਨਹੀਂ ਸੀ ਵੇਖਿਆ। ਕਹਿੰਦੇ ਹਨ ਇੱਕ ਵਾਰ ਸ਼੍ਰੀ ਕ੍ਰਿਸ਼ਨ ਜੀ ਨੇ ਯੁਧਿਸ਼ਟਰ ਨੂੰ ਕਿਹਾ ਕਿ ਸੰਸਾਰ ਵਿੱਚੋਂ ਕੋਈ ਵੀ ਬੁਰਾ ਬੰਦਾ ਲੱਭ ਕੇ ਲਿਆਵੇ। ਯੁਧਿਸ਼ਟਰ ਨੇ ਆਪਣੀ ਪੂਰੀ ਵਾਹ ਲਾ ਦਿੱਤੀ, ਪਰ ਉਸ ਨੂੰ ਕੋਈ ਵੀ ਬੁਰਾ ਬੰਦਾ ਨਜ਼ਰ ਨਹੀਂ ਆਇਆ। ਇਸੇ ਤਰ੍ਹਾਂ ਹੀ ਕ੍ਰਿਸ਼ਨ ਜੀ ਨੇ ਦੁਰਯੋਧਨ ਨੂੰ ਕਿਹਾ ਕਿ ਕੋਈ ਭਲਾ ਬੰਦਾ ਲੱਭ ਕੇ ਲਿਆਵੇ। ਦੁਰਯੋਧਨ ਭਲੇ ਬੰਦੇ ਦੀ ਖੋਜ ਕਰਦਾ ਰਿਹਾ, ਪਰ ਉਸ ਨੂੰ ਸਾਰੀ ਦੁਨੀਆ ਵਿੱਚ ਕੋਈ ਵੀ ਭਲਾ ਬੰਦਾ ਨਾ ਲੱਭਿਆ। ਕਿਉਂਕਿ ਉਹ ਆਪ ਹੀ ਬੁਰਾ ਸੀ। ਉਸ ਨੂੰ ਹਮੇਸ਼ਾ ਸਾਰੇ ਬੁਰੇ ਹੀ ਦਿਖਾਈ ਦਿੰਦੇ ਸਨ। ਇਸ ਲਈ ਜੋ ਕੋਈ ਜਿਹੋ ਜਿਹਾ ਹੁੰਦਾ ਹੈ, ਉਸ ਨੂੰ ਉਹੋ ਜਿਹੇ ਲੋਕ ਮਿਲ ਜਾਂਦੇ ਹਨ। ਬੁਰਾਈ ਤੇ ਭਲਾਈ ਦੋਵੇਂ ਹੀ ਦੋਸਤੀ ਦੇ ਨਾਲ ਨਾਲ ਚੱਲਦੀਆਂ ਹਨ। ਬੁਰਾਈ ਕਰਨ ਵਾਲਾ ਕਦੇ ਵੀ ਚੰਗਾ ਦੋਸਤ ਨਹੀਂ ਬਣ ਸਕਦਾ, ਤੇ ਭਲਾਈ ਕਰਨ ਵਾਲੇ ਨੂੰ ਹਰ ਕੋਈ ਦੋਸਤ ਬਣਾਉਣਾ ਚਾਹੇਗਾ। ਚੰਗੀ ਦੋਸਤੀ ਦੀਆਂ ਮਿਸਾਲਾਂ ਤਾਂ ਇਤਿਹਾਸ ਵਿੱਚ ਵੀ ਮਿਲਦੀਆਂ ਹਨ। ਤੁਸੀਂ ਸਿਕੰਦਰ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ। ਉਹ ਸਾਰੀ ਦੁਨੀਆ ਨੂੰ ਜਿੱਤਣਾ ਚਾਹੁੰਦਾ ਸੀ, ਪਰ ਜਦੋਂ ਭਾਰਤ ਦੀ ਧਰਤੀ ਤੇ ਉਸ ਦਾ ਵਾਹ ਪੋਰਸ ਨਾਲ ਪਿਆ ਤਾਂ ਉਸਨੇ ਉਸ ਦੀ ਕਾਇਆ ਹੀ ਪਲਟ ਕੇ ਰੱਖ ਦਿੱਤੀ। ਉਹ ਪੋਰਸ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਦੁਨੀਆ ਨੂੰ ਜਿੱਤਣ ਦਾ ਖ਼ਾਬ ਛੱਡ ਕੇ ਵਾਪਸ ਪਰਤ ਗਿਆ ਸੀ। ਸੋ ਗੱਲਾਂ ਵਿੱਚ ਦੋਸਤ ਤਾਂ ਬਥੇਰੇ ਬਣ ਜਾਂਦੇ ਹਨ, ਪਰ ਉਹਨਾਂ ਦੀ ਪਰਖ ਕਿਸੇ ਔਖੇ ਸਮੇਂ ਹੀ ਹੁੰਦੀ ਹੈ। ਔਖੇ ਵੇਲੇ ਤਾਂ ਕਈ ਵਾਰ ਆਪਣੇ ਸਕੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਹਨ। ਸੋ ਜੇਕਰ ਕਿਸੇ ਨਾਲ ਦੋਸਤੀ ਕਰੋ ਤਾਂ ਚੰਗੀ ਤਰ੍ਹਾਂ ਨਿਭਾਓ, ਨਹੀਂ ਤਾਂ ਦੋਸਤੀ ਨੂੰ ਦਾਗ ਨਾ ਲਾਓ। ਕਦੇ ਵੀ ਦੋਸਤੀ ਵਿੱਚ ਸਵਾਰਥ ਨੂੰ ਨਾ ਆਉਣ ਦਿਓ। ਪੈਸਾ ਆਉਣੀ ਜਾਣੀ ਸ਼ੈ ਹੈ, ਪੈਸਾ ਤੁਹਾਡੇ ਹੱਥਾਂ ਦੀ ਮੈਲ ਹੈ। ਪੈਸਾ ਤਾਂ ਤੁਸੀਂ ਫੇਰ ਵੀ ਕਮਾ ਸਕਦੇ ਹੋ, ਪਰ ਪੈਸੇ ਦੀ ਖਾਤਰ ਦੋਸਤੀ ਨਾ ਛੱਡਿਓ। ਹਮੇਸ਼ਾ ਯਾਦ ਰੱਖਿਓ ਕਿ ਦੋਸਤੀ ਵਿੱਚ ਜਦ ਵੀ ਫਿੱਕ ਪੈਂਦਾ ਹੈ ਤਾਂ ਪੈਸੇ ਕਰਕੇ ਹੀ ਪੈਂਦਾ ਹੈ। ਜਦੋਂ ਕਿਤੇ ਪੈਸੇ ਦੀ ਖਾਤਰ ਦੋਸਤੀ ਟੁੱਟਦੀ ਹੈ ਤਾਂ ਪੈਸੇ ਦਾ ਤਿਆਗ ਕਰ ਦਿਓ, ਪਰ ਦੋਸਤੀ ਨਾ ਛੱਡਿਓ। ਹਮੇਸ਼ਾ ਯਾਦ ਰੱਖਿਓ ਕਿ ਸਵਾਰਥੀ ਦੋਸਤਾਂ ਦੁਨੀਆ ਵਿੱਚ ਬਥੇਰੇ ਮਿਲ ਜਾਣਗੇ, ਪਰ ਸੱਚਾ ਦੋਸਤ ਨਸੀਬ ਨਾਲ ਹੀ ਨਸੀਬ ਹੁੰਦਾ ਹੈ।